ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਮੈਂ ਸ਼ਹਿਨਾਜ਼ ਸਿੱਧੂ, ਸਰਕਾਰੀ ਹਾਈ ਸਕੂਲ ਗਿੱਦੜ, ਜ਼ਿਲ੍ਹਾ ਬਠਿੰਡਾ ਤੋਂ। ਅੱਜ ਬੇਟਾ ਆਪਾਂ ਬਿਮਾਰੀ ਦੀ ਛੁੱਟੀ ਲਈ ਅਰਜ਼ੀ ਕਰਾਂਗੇ। ਹੁਣ ਤੁਹਾਨੂੰ ਇਹ ਲੱਗਦਾ ਹੋਊਗਾ ਕਿ ਇਹ ਅਰਜ਼ੀ ਪੜ੍ਹਨ ਦੀ ਕੋਈ ਲੋੜ ਨਹੀਂ, ਇਹ ਤਾਂ ਸਾਨੂੰ ਆਉਂਦੀ ਹੈ। ਬਹੁਤ ਦੇਰ ਤੋਂ ਅਸੀਂ ਇਹੀ ਅਰਜ਼ੀ ਹੈ ਜਿਹੜੀ ਉਹ ਲਿਖਦੇ ਆਉਂਦੇ ਆ। ਪਰ ਕਈ ਵਾਰ ਬੇਟਾ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੀ ਅਸੀਂ ਅਰਜ਼ੀ ਲਿਖਦੇ ਆ ਉਹਦੇ ਵਿੱਚ ਕਈ ਕਿਸਮ ਦੀਆਂ ਗਲਤੀਆਂ ਕਰਦੇ ਆ ਅਸੀਂ। ਤਾਂ ਜਮਾਤ ਦੇ ਵਿੱਚ ਜਦੋਂ ਅਧਿਆਪਕ ਤੁਹਾਨੂੰ ਉਹ ਗਲਤੀਆਂ ਬਾਰੇ ਸਮਝਾਉਂਦਾ ਹੈ, ਤੁਹਾਡਾ ਧਿਆਨ ਉੱਧਰ ਨਹੀਂ ਹੁੰਦਾ, ਕਿਉਂਕਿ ਮਨ ਦੇ ਵਿੱਚ ਇਹੀ ਗੱਲ ਹੁੰਦੀ ਹੈ ਕਿ ਇਹ ਸਿੱਖਣ ਦੀ ਸਾਨੂੰ ਲੋੜ ਨਹੀਂ, ਕਿਉਂਕਿ ਇਹ ਤਾਂ ਬਹੁਤ ਸੌਖੀ ਹੈ ਤੇ ਸਾਨੂੰ ਇਹ ਆਉਂਦੀ ਹੈ, ਇਹ ਤਾਂ ਅਸੀਂ ਪ੍ਰਾਇਮਰੀ ਸਕੂਲ ਤੋਂ ਵੀ ਕਰਦੇ ਆਉਂਦੇ ਹਾਂ, ਪਰ ਇਹਨੂੰ ਸਿੱਖਣ ਦੀ ਸਾਨੂੰ ਲੋੜ ਹੈ। ਇਹਦੇ ਵਿੱਚ ਆਮ ਤੌਰ ਤੇ ਹੀ ਬੱਚੇ ਛੋਟੀਆਂ-ਛੋਟੀਆਂ ਗਲਤੀਆਂ ਕਰਦੇ ਹੈ। ਜੇ ਅਸੀਂ ਸ਼ੁਰੂ ਤੋਂ ਹੀ ਉਹ ਗਲਤੀਆਂ ਜਿਹੜੀਆਂ ਉਹਨਾਂ ਨੂੰ ਆਪਾਂ ਘੱਟ ਕਰ ਲਈਏ ਤਾਂ ਅੱਗੇ ਜਾ ਕੇ ਵੱਡੀਆਂ ਕਲਾਸਾਂ ਦੇ ਵਿੱਚ ਜਦੋਂ ਅਸੀਂ ਹੋਰ ਅਰਜ਼ੀਆਂ ਲਿਖਣੀਆਂ ਹੋਣਗੀਆਂ ਸਕੂਲ ਦੇ ਵਿੱਚ ਜਾਂ ਕਿਸੇ ਵੱਡੇ ਅਧਿਕਾਰੀ ਨੂੰ, ਤਾਂ ਉਹ ਅਸੀਂ ਬਹੁਤ ਹੀ ਵਧੀਆ ਢੰਗ ਦੇ ਨਾਲ ਲਿਖ ਸਕਦੇ ਹਾਂ। ਉਂਝ ਤਾਂ ਪੱਤਰ ਲਿਖਣ ਦੀ ਲੋੜ ਅੱਜ ਕਾਫੀ ਘਟ ਗਈ, ਕਿਉਂਕਿ ਕੰਪਿਊਟਰ ਦਾ, ਫੋਨ ਦਾ ਯੁੱਗ ਹੈ। ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਕਿ ਕਿਸੇ ਵੀ ਵਿਅਕਤੀ ਦੇ ਕੋਲ ਇੰਨਾ ਸਮਾਂ ਹੀ ਨਹੀਂ ਕਿ ਉਹ ਇਹਨਾਂ ਪੱਤਰਾਂ ਦੀ ਉਡੀਕ ਕਰੇ। ਅਸੀਂ ਨਾਲ ਦੀ ਨਾਲ ਇੱਕ ਦੂਸਰੇ ਨੂੰ ਕੋਈ ਸੁਨੇਹਾ ਦੇਣਾ ਹੋਵੇ ਤਾਂ ਅਸੀਂ ਫੋਨ ਤੇ ਗੱਲ ਕਰ ਲੈਂਦੇ ਹਾਂ, ਫੋਨ ਤੇ ਅਸੀਂ ਸੁਨੇਹਾ ਦੇ ਦਿੰਦੇ ਹਾਂ ਜਾਂ ਅਸੀਂ ਮੇਲ ਕਰ ਦਿੰਦੇ ਹਾਂ। ਪਰ ਫਿਰ ਵੀ ਬੇਟਾ ਕਈ ਖੇਤਰ ਅਜਿਹੇ ਹੈ ਜਿੱਥੇ ਪੱਤਰ ਦੀ ਲੋੜ ਅੱਜ ਵੀ ਹੈ। ਅੱਜ ਵੀ ਸਾਡੇ ਸਮਾਜ ਦੇ ਵਿੱਚ ਪੱਤਰ ਦੀ ਮਹਾਨਤਾ ਹੈ। ਇਹ ਦੂਜੇ ਵਿਅਕਤੀਆਂ ਜਾਂ ਸੰਸਥਾਵਾਂ ਦੇ ਨਾਲ ਸੰਪਰਕ ਪੈਦਾ ਕਰਨ ਦਾ ਬਹੁਤ ਹੀ ਵਧੀਆ ਸਾਧਨ ਮੰਨਿਆ ਗਿਆ, ਕਿਉਂਕਿ ਇਸ ਦਾ ਅਸੀਂ ਰਿਕਾਰਡ ਰੱਖ ਸਕਦੇ ਹਾਂ। ਕਿਸੇ ਵੀ ਵੇਲੇ ਕੋਈ ਸਮੱਸਿਆ ਆਉਣ ਤੇ ਅਸੀਂ ਇਸ ਨੂੰ ਕੱਢ ਕੇ ਦੁਬਾਰਾ ਦੇਖ ਸਕਦੇ ਹਾਂ। ਇਹ ਲਿਖਤੀ ਰਿਕਾਰਡ ਹੈ ਜਿਹੜਾ ਉਹ ਬਹੁਤ ਦੇਰ ਤੱਕ ਸਾਂਭਿਆ ਰਹਿੰਦਾ ਹੈ, ਜਦ ਕਿ ਕੋਈ ਮੇਲ ਜਾਂ ਕੋਈ ਸੁਨੇਹਾ ਜੇਕਰ ਕੋਈ ਤਕਨੀਕੀ ਖਰਾਬੀ ਆ ਜਾਵੇ ਤਾਂ ਉਸ ਦੇ ਕਾਰਨ ਉਹ ਉੱਥੋਂ ਗਾਇਬ ਵੀ ਹੋ ਜਾਂਦਾ ਹੈ। ਅੱਜ ਦੇ ਯੁੱਗ ਵਿੱਚ ਬੇਟਾ ਪੱਤਰ ਦੀ ਲੋੜ ਪੈਂਦੀ ਹੈ, ਵਿਸ਼ੇਸ਼ ਤੌਰ ਤੇ ਸਰਕਾਰੀ ਕਰਮਚਾਰੀਆਂ ਨੂੰ, ਵਿਦਿਆਰਥੀਆਂ ਨੂੰ। ਜੇ ਉਹਨਾਂ ਨੇ ਆਪਣੀਆਂ ਕੋਈ ਲੋੜਾਂ ਜਾਂ ਮੰਗਾਂ ਜਾਂ ਸਮੱਸਿਆਵਾਂ ਆਪਣੇ ਅਧਿਕਾਰੀਆਂ ਨੂੰ ਦੱਸਣੀਆਂ ਤਾਂ ਉਹ ਪੱਤਰ ਰਾਹੀਂ ਦੱਸ ਸਕਦੇ ਹੈ। ਜੇਕਰ ਕੋਈ ਵਿਅਕਤੀ ਵਪਾਰ ਕਰ ਰਿਹਾ ਹੈ ਤਾਂ ਵਪਾਰ ਦੇ ਸੰਬੰਧ ਦੇ ਵਿੱਚ ਵੀ ਪੱਤਰ ਦਾ ਸਿਲਸਿਲਾ ਚੱਲਦਾ ਹੀ ਰਹਿੰਦਾ ਹੈ। ਪੱਤਰ ਲਿਖਣਾ ਵੀ ਇੱਕ ਕਲਾ ਹੈ। ਇਹ ਨਹੀਂ ਕਿ ਸਾਨੂੰ ਜੋ ਅਸੀਂ ਆਪਣੇ ਮਨ ਦੇ ਵਿੱਚ ਆਇਆ, ਜੋ ਸਾਡੀ ਲੋੜ ਹੈ, ਅਸੀਂ ਉਹ 2 ਸਤਰਾਂ ਦੇ ਵਿੱਚ ਲਿਖ ਦਿੱਤੀ ਤਾਂ ਸਾਡਾ ਉਹ ਪੱਤਰ ਬਣ ਗਿਆ। ਇਸ ਤਰ੍ਹਾਂ ਨਹੀਂ ਹੁੰਦਾ। ਪੱਤਰ ਨੂੰ ਦੇਖ ਕੇ ਅਸੀਂ ਕਿਸੇ ਵਿਅਕਤੀ ਦੀ ਸ਼ਖਸੀਅਤ ਦਾ ਅੰਦਾਜ਼ਾ ਵੀ ਲਾ ਸਕਦੇ ਹਾਂ। ਜਿਹੜਾ ਵਿਅਕਤੀ ਇਸ ਕਲਾ ਦੇ ਵਿੱਚ ਖਾਸ ਮੁਹਾਰਤ ਰੱਖਦਾ ਹੈ, ਉਹ ਦੂਜਿਆਂ ਦੇ ਪਿਆਰ ਤੇ ਸਤਿਕਾਰ ਦਾ ਪਾਤਰ ਬਣ ਜਾਂਦਾ ਹੈ। ਅਸੀਂ ਆਪਣੀ ਸ਼ੈਲੀ ਤੇ ਸ਼ਬਦਾਵਲੀ ਨੂੰ ਜੇ ਬਹੁਤ ਵਧੀਆ ਢੰਗ ਨਾਲ ਵਰਤੀਏ ਤਾਂ ਅਸੀਂ ਆਪਦੀਆਂ ਮੰਗਾਂ ਸਹਿਜੇ ਹੀ ਉੱਚ ਅਧਿਕਾਰੀਆਂ ਤੋਂ ਮਨਵਾ ਸਕਦੇ ਹਾਂ। ਜਾਂ ਕਿਸੇ ਦਫ਼ਤਰ ਦੇ ਵਿੱਚ ਜੇ ਬੜੇ ਸਮੇਂ ਤੋਂ ਸਾਡਾ ਕੋਈ ਕੰਮ ਰੁਕਿਆ ਹੋਇਆ ਤਾਂ ਅਸੀਂ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਜੇ ਪੱਤਰ ਲਿਖਦੇ ਹਾਂ, ਸਾਡੀ ਸ਼ੈਲੀ ਵਧੀਆ ਹੈ, ਤਾਂ ਅਸੀਂ ਉਸ ਰੁਕੇ ਹੋਏ ਕੰਮ ਨੂੰ ਵੀ ਬੜੀ ਆਸਾਨੀ ਦੇ ਨਾਲ ਹੱਲ ਕਰਵਾ ਸਕਦੇ ਹਾਂ। ਇਸ ਲਈ ਇਸ ਕਲਾ ਦੇ ਵਿੱਚ ਵੀ ਦੂਜੀਆਂ ਕਲਾਵਾਂ ਦੀ ਤਰ੍ਹਾਂ ਮੁਹਾਰਤ ਹਾਸਲ ਕਰਨੀ ਪੈਂਦੀ ਹੈ, ਤੇ ਕਿਸੇ ਵੀ ਕੰਮ ਦੇ ਵਿੱਚ ਜੇ ਅਸੀਂ ਮਾਹਿਰ ਹੋਣਾ ਤਾਂ ਸਾਨੂੰ ਅਭਿਆਸ ਕਰਨ ਦੀ ਲੋੜ ਪੈਂਦੀ ਹੈ।
ਕਿਉਂਕਿ ਜਿੰਨਾ ਅਸੀਂ ਵੱਧ ਤੋਂ ਵੱਧ ਅਭਿਆਸ ਕਰਾਂਗੇ ਉਨਾ ਹੀ ਅਸੀਂ ਉਹ ਕੰਮ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹਾਂ। ਇਹ ਪੱਤਰ ਕਈ ਤਰ੍ਹਾਂ ਦੇ ਲਿਖੇ ਜਾਂਦੇ ਆ ਬੇਟਾ। ਇਹ ਕੋਈ ਨਿੱਜੀ ਪੱਤਰ ਵੀ ਹੋ ਸਕਦੇ ਆ, ਅਸੀਂ ਆਪਣੇ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਚਿੱਠੀਆਂ ਲਿਖਦੇ ਆ, ਜਾਂ ਦਫ਼ਤਰਾਂ ਦੇ ਵਿੱਚ ਪੱਤਰ ਲਿਖੇ ਜਾਂਦੇ ਆ। ਉਹ ਸਰਕਾਰੀ ਵੀ ਹੋ ਸਕਦੇ ਆ ਜਾਂ ਗੈਰ ਸਰਕਾਰੀ ਵੀ ਹੋ ਸਕਦੇ ਆ, ਜਾਂ ਕੁਝ ਵਪਾਰਕ ਪੱਤਰ ਹੁੰਦੇ ਆ, ਜਿਹੜਾ ਵਪਾਰੀ ਵਰਗ ਹੈ ਜਿਹੜਾ ਉਹ ਆਪਣੇ ਕੰਮਕਾਰ ਦੇ ਸਿਲਸਿਲੇ ਦੇ ਵਿੱਚ ਪੱਤਰ ਲਿਖਦਾ ਹੈ। ਅਸੀਂ ਅੱਜ ਵਿਸ਼ੇਸ਼ ਤੌਰ ਤੇ ਦਫ਼ਤਰੀ ਪੱਤਰ ਬਾਰੇ ਗੱਲ ਕਰਾਂਗੇ ਕਿ ਦਫ਼ਤਰੀ ਪੱਤਰ ਹੈ ਜਿਹੜੇ ਇਹ ਦਫ਼ਤਰਾਂ ਦੇ ਵਿੱਚ ਲਿਖੇ ਜਾਂਦੇ ਆ, ਜਿਵੇਂ ਸਾਨੂੰ ਇਹਦੇ ਨਾਂ ਤੋਂ ਹੀ ਪਤਾ ਲੱਗਦਾ ਹੈ। ਇਹਨਾਂ ਪੱਤਰਾਂ ਦੇ ਰਾਹੀਂ ਕੋਈ ਬੇਨਤੀ, ਮੰਗ, ਸ਼ਿਕਾਇਤ, ਸਮੱਸਿਆ ਆਦਿ ਨੂੰ ਬਿਆਨ ਕੀਤਾ ਜਾਂਦਾ ਹੈ। ਤਾਂ ਜਿਹੜੇ ਸਰਕਾਰੀ ਦਫ਼ਤਰੀ ਪੱਤਰ ਹੁੰਦੇ ਆ ਉਹ ਕਿਹੜੇ ਨੇ? ਜਿਹੜੇ ਸਰਕਾਰੀ ਅਧਿਕਾਰੀਆਂ ਨੂੰ ਲਿਖੇ ਜਾਂਦੇ ਆ। ਤਾਂ ਸਰਕਾਰੀ ਅਧਿਕਾਰੀਆਂ ਨੂੰ ਅਸੀਂ ਸਰਕਾਰੀ ਦਫ਼ਤਰੀ ਪੱਤਰ, ਬਿਨੈ ਪੱਤਰ, ਬੇਨਤੀ ਪੱਤਰ ਜਾਂ ਅਰਜ਼ੀ ਲਿਖਦੇ ਹਾਂ। ਇਹ ਇੱਕ ਹੀ ਚੀਜ਼ ਹੈ। ਅਸੀਂ ਸਕੂਲ ਦੇ ਜਾਂ ਕਾਲਜ ਦੇ ਜਿੱਥੇ ਅਸੀਂ ਪੜ੍ਹਦੇ ਹਾਂ ਉਹਨਾਂ ਦੇ ਮੁਖੀਆਂ ਨੂੰ, ਜਾਂ ਹੋਰ ਉੱਚੇ ਅਹੁਦੇ ਤੇ ਕੋਈ ਸਰਕਾਰੀ ਅਧਿਕਾਰੀ ਹੈ ਉਸ ਨੂੰ ਵੀ ਅਸੀਂ ਇਹੀ ਪੱਤਰ ਲਿਖਦੇ ਹਾਂ, ਜਿਹੜੇ ਕਿ ਸਰਕਾਰੀ ਦਫ਼ਤਰੀ ਪੱਤਰ ਹੁੰਦੇ ਨੇ। ਅਸੀਂ ਹੁਣ ਸਕੂਲ ਦੇ ਵਿੱਚ ਪੜ੍ਹਦੇ ਹਾਂ ਤਾਂ ਅਸੀਂ ਸਕੂਲ ਦੇ ਵਿੱਚ ਜੇਕਰ ਪੱਤਰ ਲਿਖਦੇ ਹਾਂ ਤਾਂ ਵਧੇਰੇ ਕਰਕੇ ਉਹ ਅਧਿਆਪਕ ਨੂੰ ਵੀ ਹੋ ਸਕਦਾ ਹੈ, ਪਰ ਇਹ ਬਿਮਾਰੀ ਦੀ ਛੁੱਟੀ ਲਈ ਜਿਹੜੀ ਅਰਜ਼ੀ ਹੈ ਉਹ ਅਸੀਂ ਮੁੱਖ ਅਧਿਆਪਕ ਨੂੰ ਹੀ ਲਿਖਦੇ ਹਾਂ। ਉਹਨਾਂ ਨੂੰ ਅਸੀਂ ਆਪਣੀ ਸਮੱਸਿਆ ਦੱਸਦੇ ਹਾਂ ਤੇ ਉਹ ਸਾਡੀ ਸਮੱਸਿਆ ਦਾ ਹੱਲ ਕਰਦੇ ਹੋਏ ਸਾਨੂੰ ਛੁੱਟੀ ਦਿੰਦੇ ਆ। ਤਾਂ ਬੇਟਾ ਜਦੋਂ ਵੀ ਅਸੀਂ ਕੋਈ ਪੱਤਰ ਲਿਖਣਾ ਹੈ ਤਾਂ ਸਾਡੀ ਜਿਹੜੀ ਲਿਖਤ ਹੈ ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਸਿਰਫ ਪੱਤਰ ਹੀ ਨਹੀਂ, ਜੇ ਲੇਖ ਲਿਖਣਾ ਹੈ ਜਾਂ ਪ੍ਰੀਖਿਆ ਦੇ ਵਿੱਚ ਕੋਈ ਵੀ ਅਸੀਂ ਸਵਾਲ ਹੱਲ ਕਰਨਾ ਹੈ, ਕਿਸੇ ਵੀ ਪ੍ਰਸ਼ਨ ਦਾ ਉੱਤਰ ਲਿਖਣਾ ਹੈ, ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਬਿਲਕੁਲ ਸਾਫ਼ ਲਿਖਤ ਲਿਖੋ। ਤੁਹਾਡੀ ਲਿਖਤ ਜਿੰਨੀ ਸੁੰਦਰ ਹੋਵੇਗੀ ਓਨਾ ਹੀ ਦੂਸਰੇ ਉੱਚ ਅਧਿਕਾਰੀ ਤੇ ਉਸਦਾ ਵਧੇਰੇ ਪ੍ਰਭਾਵ ਪਵੇਗਾ। ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਕਾਫੀ ਦੇਰ ਤੋਂ ਸਾਡੀ ਲਿਖਤ ਹੈ ਜਿਹੜੀ ਨਾ ਵੀ ਵਧੀਆ ਹੋਵੇ ਤਾਂ ਯਤਨ ਕਰਨ ਤੇ ਉਹਦੇ ਵਿੱਚ ਜ਼ਰੂਰ ਸੁਧਾਰ ਆ ਜਾਂਦਾ ਹੈ। ਉਹੀ ਗੱਲ ਹੈ ਕਿ ਅਭਿਆਸ ਕਰਦੇ ਰਹਿਣ ਦੇ ਨਾਲ ਸਫਲਤਾ ਜ਼ਰੂਰ ਪ੍ਰਾਪਤ ਹੁੰਦੀ ਹੈ। ਦੂਸਰਾ ਇਹ ਹੈ ਕਿ ਪੱਤਰ ਜਦੋਂ ਅਸੀਂ ਲਿਖਦੇ ਹਾਂ ਤਾਂ ਉਸ ਦੇ ਵਿੱਚ ਸ਼ਬਦ ਜੋੜਾਂ ਦੀ ਬਿਲਕੁਲ ਗਲਤੀ ਨਹੀਂ ਹੋਣੀ ਚਾਹੀਦੀ। ਸ਼ਬਦ ਜੋੜਾਂ ਦੀਆਂ ਗਲਤੀਆਂ ਕਿਸ ਤਰ੍ਹਾਂ ਦੀਆਂ ਕਰ ਦਿੰਦੇ ਨੇ ਆਮ ਤੌਰ ਤੇ ਵਿਦਿਆਰਥੀ, ਕਿ ਉਹ ਕਾਹਲੀ ਦੇ ਵਿੱਚ ਸਿਹਾਰੀ ਬਿਹਾਰੀ ਦਾ ਧਿਆਨ ਨਹੀਂ ਰੱਖਦੇ, ਕਿੱਥੇ ਬਿੰਦੀ ਪਾਉਣੀ ਹੈ ਉਸ ਚੀਜ਼ ਦਾ ਧਿਆਨ ਨਹੀਂ ਰੱਖਦੇ। ਤਾਂ ਇਸ ਦੇ ਨਾਲ ਬੇਟਾ ਸਾਡੀ ਲਿਖਤ ਹੈ ਜਿਹੜੀ ਉਹ ਪੜ੍ਹਨ ਵਾਲੇ ਤੇ ਬਿਲਕੁਲ ਪ੍ਰਭਾਵ ਨਹੀਂ ਪਾਉਂਦੀ, ਜਿਸ ਦੇ ਨਾਲ ਬਹੁਤੀ ਵਾਰ ਸਾਡੀਆਂ ਜਾਇਜ਼ ਮੰਗਾਂ ਜਿਹੜੀਆਂ ਉਹ ਵੀ ਨਹੀਂ ਮੰਨੀਆਂ ਜਾਂਦੀਆਂ, ਕਿਉਂਕਿ ਸਾਡੀ ਅੱਗੜ ਦੁਗੜੀ ਸ਼ਖਸੀਅਤ ਦਾ ਪ੍ਰਭਾਵ ਹੈ ਜਿਹੜਾ ਉਹ ਅਧਿਕਾਰੀ ਦੇ ਉੱਤੇ ਪੈਂਦਾ ਹੈ। ਤੀਸਰੀ ਗੱਲ ਜਿਹੜੀ ਜ਼ਿਆਦਾ ਧਿਆਨ ਰੱਖਣ ਵਾਲੀ ਹੈ ਉਹ ਹੈ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਕਰਨੀ, ਜਿਹਦੇ ਵਿੱਚ ਵਿਦਿਆਰਥੀ ਆਮ ਤੌਰ ਤੇ ਗਲਤੀ ਕਰਦੇ ਹੈ। ਪੱਤਰ ਦੇ ਵਿੱਚ ਵਿਸ਼ਰਾਮ ਚਿੰਨ੍ਹਾਂ ਦਾ ਬਹੁਤ ਜ਼ਿਆਦਾ ਮਹੱਤਵ ਹੈ ਕਿ ਅਸੀਂ ਕਿਹੜੀ ਜਗ੍ਹਾ ਤੇ ਕੌਮਾ ਲਾਉਣਾ ਹੈ, ਕਿਹੜੀ ਜਗ੍ਹਾ ਤੇ ਅਸੀਂ ਡੰਡੀ ਲਾਉਣੀ ਹੈ, ਜਿੱਥੇ ਵਾਕ ਖਤਮ ਹੋ ਗਿਆ ਉੱਥੇ ਅਸੀਂ ਕਿਸ ਤਰ੍ਹਾਂ ਦਾ ਵਿਸ਼ਰਾਮ ਚਿੰਨ੍ਹ ਲਾਉਣਾ ਹੈ। ਤਾਂ ਇਹਨਾਂ ਪੱਤਰਾਂ ਦੇ ਵਿੱਚ ਅਸੀਂ ਅਗਾਂਹ ਪਹਿਰੇ ਬਣਾਉਣੇ ਹੈ ਜਾਂ ਨਹੀਂ ਬਣਾਉਣੇ, ਉਹ ਸਾਡੀ ਸਮੱਸਿਆ ਤੇ ਨਿਰਭਰ ਕਰਦਾ ਹੈ। ਜੇ ਸਾਨੂੰ ਆਪਣੀ ਸਮੱਸਿਆ ਦੱਸਣ ਦੇ ਵਿੱਚ ਜ਼ਿਆਦਾ ਸ਼ਬਦਾਂ ਦੀ ਲੋੜ ਹੈ ਤਾਂ ਅਸੀਂ ਉਹਦੇ ਲਈ ਪਹਿਰਾ ਬਣਾ ਸਕਦੇ ਹਾਂ, ਪਰ ਜੇਕਰ ਸਾਡੀ ਸਮੱਸਿਆ ਛੋਟੀ ਹੈ ਜਿਹੜੀ ਅਸੀਂ 2-3 ਸਤਰਾਂ ਦੇ ਵਿੱਚ ਪੂਰੀ ਕਰ ਸਕਦੇ ਹਾਂ ਤਾਂ ਉਸ ਦੇ ਵਿੱਚ ਅਗਾਂਹ ਪਹਿਰਾ ਬਣਾਉਣ ਦੀ ਕੋਈ ਲੋੜ ਨਹੀਂ ਹੁੰਦੀ। ਜਿਵੇਂ ਇਹ ਸਾਡੀ ਬਿਮਾਰੀ ਦੀ ਛੁੱਟੀ ਲਈ ਅਰਜ਼ੀ ਹੈ ਤਾਂ ਇਸ ਦੇ ਵਿੱਚ ਅਗਾਂਹ ਪਹਿਰੇ ਬਣਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਇਸ ਦੇ ਵਿੱਚ ਅਸੀਂ ਆਪਣੀ ਸਮੱਸਿਆ 3-4 ਸਤਰਾਂ ਦੇ ਵਿੱਚ ਆਸਾਨੀ ਦੇ ਨਾਲ ਦੱਸ ਦਿੰਦੇ ਹਾਂ।
ਤਾਂ ਜੇ ਅਸੀਂ ਬੇਟਾ ਸ਼ੁਰੂ ਤੋਂ ਦੇਖੀਏ ਇਸ ਪੱਤਰ ਨੂੰ, ਤਾਂ ਆਮ ਤੌਰ ਤੇ ਇਹ ਹੁੰਦਾ ਹੈ ਕਿ ਵਿਦਿਆਰਥੀ ਸੇਵਾ ਵਿਖੇ ਲਿਖਣ ਤੋਂ ਬਾਅਦ ਕੌਮਾ ਜਿਹੜਾ ਉਹ ਲਗਾ ਦਿੰਦੇ ਹੈ, ਪਰ ਇੱਥੇ ਕੌਮੇ ਦੀ ਵਰਤੋਂ ਨਹੀਂ ਕੀਤੀ ਜਾਂਦੀ। ਉਸ ਤੋਂ ਬਾਅਦ ਜਦੋਂ ਅਸੀਂ ਸੰਬੋਧਨ ਕਰਦੇ ਹਾਂ ਅਧਿਕਾਰੀ ਨੂੰ ਜਾਂ ਮੁੱਖ ਅਧਿਆਪਕ ਨੂੰ, ਉਸ ਤੋਂ ਬਾਅਦ ਕੌਮੇ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਅਸੀਂ ਆਪਣੇ ਸਕੂਲ ਦਾ ਨਾਂ ਲਿਖਦੇ ਹਾਂ। ਸਕੂਲ ਦਾ ਨਾਂ ਹੇਠਲੀ ਲਾਈਨ ਦੇ ਵਿੱਚ ਜਦੋਂ ਅਸੀਂ ਲਿਖਦੇ ਹਾਂ, ਉਸ ਤੋਂ ਬਾਅਦ ਵੀ ਅਸੀਂ ਕੌਮੇ ਦੀ ਵਰਤੋਂ ਕਰਨੀ ਹੈ, ਉੱਥੇ ਅਸੀਂ ਡੰਡੀ ਨਹੀਂ ਲਾਉਣੀ। ਉਸ ਤੋਂ ਹੇਠਾਂ ਜੇ ਅਸੀਂ ਆਪਣਾ ਪਿੰਡ ਲਿਖਦੇ ਹਾਂ ਤਾਂ ਪਿੰਡ ਤੋਂ ਬਾਅਦ ਵੀ ਕੌਮਾ, ਕਿਉਂਕਿ ਹੇਠਾਂ ਅਸੀਂ ਆਪਣਾ ਜ਼ਿਲ੍ਹਾ ਲਿਖਣਾ ਹੈ ਤਾਂ ਜ਼ਿਲ੍ਹਾ ਜਾਂ ਸ਼ਹਿਰ ਲਿਖਣ ਤੋਂ ਬਾਅਦ ਡੰਡੀ ਪਾਵਾਂਗੇ, ਕਿਉਂਕਿ ਉੱਥੇ ਸਾਡਾ ਪਤਾ ਖਤਮ ਹੁੰਦਾ ਹੈ ਕਿ ਅਸੀਂ ਕਿਹੜੇ ਵਿਅਕਤੀ ਨੂੰ ਇਹ ਪੱਤਰ ਲਿਖ ਰਹੇ ਹਾਂ। ਤਾਂ ਜਿੱਥੇ ਸਾਡੀ ਗੱਲ ਖਤਮ ਹੋ ਗਈ ਉੱਥੇ ਪੂਰਨ ਵਿਰਾਮ ਆਊਗਾ, ਤਾਂ ਪੂਰਨ ਵਿਰਾਮ ਚਿੰਨ੍ਹ ਹੈ ਜਿਹੜਾ ਉਹ ਡੰਡੀ ਹੈ, ਤੇ ਉਸ ਤੋਂ ਪਹਿਲਾਂ ਵਰਤੋਂ ਹੋਊਗੀ ਕੌਮਿਆਂ ਦੀ। ਹੁਣ ਸੇਵਾ ਵਿਖੇ ਅਸੀਂ ਕਿਹੜੀ ਜਗ੍ਹਾ ਤੇ ਲਿਖਦੇ ਹਾਂ? ਜੇ ਅਸੀਂ ਕਾਪੀ ਦਾ ਇੱਕ ਸਫ਼ਾ ਖੋਲ੍ਹਦੇ ਹਾਂ ਤਾਂ ਉਸ ਦੇ ਵਿੱਚ ਖੱਬੇ ਹੱਥ ਨੁੱਕਰ ਦੇ ਵਿੱਚ ਅਸੀਂ ਸੇਵਾ ਵਿਖੇ ਲਿਖਦੇ ਹਾਂ। ਉਸ ਤੋਂ ਹੇਠਾਂ ਸੱਜੇ ਪਾਸੇ ਅਸੀਂ ਸੰਬੋਧਨ ਕਰਦੇ ਹਾਂ ਅਧਿਕਾਰੀ ਨੂੰ। ਉਹ ਅਧਿਕਾਰੀ ਤੁਹਾਡੇ ਸਕੂਲ ਦਾ ਪ੍ਰਿੰਸੀਪਲ ਹੋ ਸਕਦਾ ਹੈ, ਮੁੱਖ ਅਧਿਆਪਕ ਹੋ ਸਕਦਾ ਹੈ, ਮੁੱਖ ਅਧਿਆਪਕਾ ਹੋ ਸਕਦੀ ਹੈ, ਜਿਸ ਤੇ ਅਸੀਂ ਸੰਬੋਧਨੀ ਸ਼ਬਦ ਤੋਂ ਬਾਅਦ ਕੌਮਾ ਲਾਉਣਾ। ਹੇਠਾਂ ਅਸੀਂ ਆਪਣੇ ਸਕੂਲ ਦਾ ਨਾਂ ਲਿਖਣਾ। ਸਕੂਲ ਸਾਡਾ ਸਰਕਾਰੀ ਮਿਡਲ ਸਕੂਲ, ਸਰਕਾਰੀ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਾਂ ਸਕੂਲ ਦਾ ਕੋਈ ਨਾਮ ਵੀ ਹੋ ਸਕਦਾ ਹੈ। ਇਸ ਤੋਂ ਬਾਅਦ ਵੀ ਅਸੀਂ ਕੌਮਾ ਲਾਉਣਾ। ਹੁਣ ਆਮ ਤੌਰ ਤੇ ਜਦੋਂ ਅਸੀਂ ਸੀਨੀਅਰ ਸੈਕੰਡਰੀ ਸਕੂਲ ਲਿਖਦੇ ਹਾਂ ਤਾਂ ਉਹ ਅਸੀਂ ਪੂਰਾ ਨਹੀਂ ਲਿਖਦੇ, ਕਿਉਂਕਿ ਉਹਦੇ ਨਾਲ ਇਹ ਸਾਡੀ ਸਤਰ ਕਾਫੀ ਲੰਬੀ ਹੋ ਜਾਂਦੀ ਹੈ। ਤਾਂ ਜਦੋਂ ਅਸੀਂ ਉਸ ਨੂੰ ਛੋਟਾ ਕਰਕੇ ਲਿਖਦੇ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਾਂ ਉਸ ਦੇ ਵਿੱਚ ਬੇਟਾ ਅਸੀਂ ਇਹਨਾਂ ਸ਼ਬਦਾਂ ਦੇ ਵਿੱਚ ਦੁਬਿੰਦੀ ਦੀ ਵਰਤੋਂ ਕਰਦੇ ਹਾਂ। ਸੱਸੇ ਨੂੰ ਬਿਹਾਰੀ ਦੁਬਿੰਦੀ, ਉਸ ਤੋਂ ਬਾਅਦ ਸੱਸੇ ਨੂੰ ਦਲਾਵਾਂ, ਫਿਰ ਦੁਬਿੰਦੀ, ਫਿਰ ਅਸੀਂ ਸਕੂਲ ਲਿਖਦੇ ਹਾਂ। ਤਾਂ ਉਸ ਤੋਂ ਹੇਠਾਂ ਪਿੰਡ ਦਾ ਨਾਂ ਹੈ ਜਿਹੜਾ ਉਹ ਲਿਖਿਆ ਜਾਂਦਾ ਹੈ। ਜੇ ਤੁਸੀਂ ਸ਼ਹਿਰ ਦੇ ਸਕੂਲ 'ਚ ਪੜ੍ਹਦੇ ਹੋ ਫਿਰ ਤੁਸੀਂ ਸ਼ਹਿਰ ਦਾ ਨਾਂ ਲਿਖੋਗੇ ਤੇ ਉਸ ਤੋਂ ਬਾਅਦ ਤੁਸੀਂ ਡੰਡੀ ਪਾਉਣੀ। ਇਹ ਸਾਡਾ ਪਤਾ ਹੋ ਗਿਆ ਜਿਹੜੇ ਵਿਅਕਤੀ ਨੂੰ ਅਸੀਂ ਇਹ ਆਪਣੀ ਪੱਤਰ ਹੈ ਜਿਹੜੀ ਉਹ ਲਿਖ ਕੇ ਭੇਜਣੀ ਹੈ। ਉਸ ਤੋਂ ਬਾਅਦ ਬੇਟਾ ਸੰਬੋਧਨ ਕਿਵੇਂ ਕਰਨਾ ਹੈ ਅਸੀਂ ਉਸ ਵਿਅਕਤੀ ਨੂੰ? ਤਾਂ ਉਹ ਜੇ ਮੁੱਖ ਅਧਿਆਪਕਾ ਹੈ ਤਾਂ ਅਸੀਂ ਹੇਠਾਂ ਸੇਵਾ ਵਿਖੇ ਦੇ ਬਿਲਕੁਲ ਹੇਠਾਂ ਖੱਬੇ ਪਾਸੇ ਅਸੀਂ ਲਿਖਾਂਗੇ ਸ਼੍ਰੀਮਤੀ ਜੀ, ਜਾਂ ਅਸੀਂ ਲਿਖਾਂਗੇ ਸ਼੍ਰੀਮਾਨ ਜੀ। ਤਾਂ ਇਸ ਤਰ੍ਹਾਂ ਨਾਲ ਲਿਖਣ ਤੋਂ ਬਾਅਦ ਅਸੀਂ ਉੱਥੇ ਕੌਮੇ ਦੀ ਵਰਤੋਂ ਕਰਾਂਗੇ। ਇਸ ਸ਼ਬਦ ਦੀ ਚੋਣ ਅਸੀਂ ਇਸ ਆਧਾਰ ਤੇ ਕਰਾਂਗੇ ਕਿ ਸਾਡਾ ਜਿਹੜਾ ਮੁੱਖ ਅਧਿਆਪਕ ਹੈ ਜਾਂ ਉਹ ਮੁੱਖ ਅਧਿਆਪਿਕਾ ਹੈ। ਇੱਥੋਂ ਤੱਕ ਬੇਟਾ ਇਹ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਦਾ ਸਾਨੂੰ ਪੂਰਨ ਧਿਆਨ ਰੱਖਣ ਦੀ ਲੋੜ ਹੈ। ਕਈ ਵਾਰ ਅਸੀਂ ਸਿਰਫ ਸ਼ਬਦਾਂ ਦੇ ਮਹੱਤਵ ਨੂੰ ਹੀ ਸਮਝਦੇ ਹਾਂ ਕਿ ਸਾਨੂੰ ਸੇਵਾ ਵਿਖੇ ਮੁੱਖ ਅਧਿਆਪਕ, ਸਰਕਾਰੀ ਹਾਈ ਸਕੂਲ ਜਾਂ ਦਾ ਜ਼ਿਲ੍ਹਾ ਤੇ ਸ਼੍ਰੀਮਾਨ ਜੀ ਲਿਖਣਾ, ਬਸ ਨਹੀਂ, ਅਸੀਂ ਵਿਸ਼ਰਾਮ ਚਿੰਨ੍ਹਾਂ ਤੇ ਵੀ ਉਨਾ ਹੀ ਧਿਆਨ ਦੇਣਾ। ਵਿਦਿਆਰਥੀਆਂ ਨੂੰ ਕਈ ਵਾਰ ਇਸ ਗੱਲ ਦਾ ਪਤਾ ਨਹੀਂ ਹੁੰਦਾ ਕਿ ਪ੍ਰੀਖਿਆ ਦੇ ਵਿੱਚ ਇਸ ਪੱਤਰ, ਕੋਈ ਵੀ ਪੱਤਰ ਤੁਸੀਂ ਲਿਖਦੇ ਹੋ, ਉਸ ਦੇ ਹਰ ਭਾਗ ਦੇ ਆਪਣੇ ਅਲੱਗ ਨੰਬਰ ਹੁੰਦੇ ਹੈ। ਜਿਵੇਂ ਇਹ ਹੁਣ ਤੱਕ ਆਪਾਂ ਜੋ ਪੜ੍ਹਿਆ ਹੈ, ਇਹ ਪਹਿਲਾ ਭਾਗ ਹੈ, ਆਰੰਭਿਕ ਭਾਗ, ਇਹਦੇ ਅਲੱਗ ਨੰਬਰ ਨੇ, ਵਿਚਕਾਰਲਾ ਭਾਗ ਉਹਦੇ ਅਲੱਗ ਨੰਬਰ ਨੇ, ਤੇ ਅੰਤਿਮ ਭਾਗ ਉਹਦੇ ਅਲੱਗ ਨੰਬਰ ਨੇ। ਯਾਨੀ ਕਿ ਜੇ 10 ਨੰਬਰਾਂ ਦਾ ਪੱਤਰ ਹੈ ਤਾਂ ਉਹ 3 ਬਰਾਬਰ ਹਿੱਸਿਆਂ ਦੇ ਵਿੱਚ
ਵੰਡਿਆ ਜਾਂਦਾ ਹੈ। ਅਸੀਂ ਸਭ ਤੋਂ ਜ਼ਿਆਦਾ ਆਪਣਾ ਜ਼ੋਰ ਹੈ ਜਿਹੜਾ ਉਹ ਵਿਚਕਾਰਲਾ ਹਿੱਸਾ ਯਾਦ ਕਰਨ ਤੇ ਲਾ ਦਿੰਨੇ ਆ ਜਾਂ ਉਹਨੂੰ ਲਿਖਣ ਤੇ ਲਾ ਦਿੰਨੇ ਆ, ਜਦ ਕਿ ਉਸ ਦੇ ਸਾਨੂੰ ਉਨੇ ਹੀ ਨੰਬਰ ਮਿਲਨੇ ਆ ਜਿੰਨੇ ਕਿ ਅਲੱਗ ਉੱਪਰ ਵਾਲੇ ਹਿੱਸੇ ਦੇ ਤੇ ਹੇਠਾਂ ਵਾਲੇ ਹਿੱਸੇ ਦੇ ਨੰਬਰ ਮਿਲਨੇ। ਤਾਂ ਇਹ ਉੱਪਰ ਵਾਲਾ ਹਿੱਸਾ ਤਾਂ ਸਾਨੂੰ ਯਾਦ ਕਰਨਾ ਕੋਈ ਬਹੁਤਾ ਮੁਸ਼ਕਲ ਨਹੀਂ, ਸਾਰੇ ਬੱਚਿਆਂ ਨੂੰ ਹੀ ਯਾਦ ਹੁੰਦਾ ਹੈ। ਤਾਂ ਸਾਡੇ ਨੰਬਰ ਕਿੱਥੇ ਕੱਟੇ ਜਾਂਦੇ ਆ? ਜਿੱਥੇ ਅਸੀਂ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਨਹੀਂ ਕਰਦੇ ਜਾਂ ਗਲਤ ਕਰਦੇ ਹਾਂ, ਜਾਂ ਅਸੀਂ ਸ਼ਬਦ ਜੋੜਾਂ ਦੀਆਂ ਗਲਤੀਆਂ ਕਰਦੇ ਹਾਂ। ਤਾਂ ਜੇ ਅਸੀਂ ਵਿਸ਼ਰਾਮ ਚਿੰਨ੍ਹਾਂ ਦੀ ਇੱਥੇ ਸਹੀ ਵਰਤੋਂ ਕਰਾਂਗੇ, ਸ਼ਬਦ ਜੋੜਾਂ ਦੀਆਂ ਗਲਤੀਆਂ ਦਾ ਧਿਆਨ ਰੱਖਾਂਗੇ, ਤਾਂ ਇਹ ਸਾਡਾ ਤੀਸਰੇ ਹਿੱਸੇ ਦੇ ਨੰਬਰ ਸਾਨੂੰ ਪੂਰੇ ਮਿਲ ਜਾਣੇ ਆ। ਤਾਂ ਉਸ ਤੋਂ ਬਾਅਦ ਬੇਟਾ ਆਪਾਂ ਆਪਣੀ ਸਮੱਸਿਆ ਹੈ ਜਿਹੜੀ ਮੱਧ ਵਾਲੇ ਭਾਗ ਦੇ ਵਿੱਚ ਜਾਂ ਵਿਚਕਾਰਲੇ ਭਾਗ ਦੇ ਵਿੱਚ ਅਧਿਕਾਰੀ ਨੂੰ ਦੱਸਣੀ ਹੈ। ਉਹ ਸਮੱਸਿਆ ਅਸੀਂ ਸਤਰ ਥੋੜੀ ਜਿਹੀ ਛੱਡ ਕੇ, ਜਿੰਨੇ ਹਿੱਸੇ ਦੇ ਵਿੱਚ ਸ਼੍ਰੀਮਾਨ ਜੀ ਆਉਂਦਾ ਹੈ ਹੇਠਾਂ ਉਨੀ ਹੀ ਜਗ੍ਹਾ ਸਤਰ ਦੇ ਵਿੱਚ ਛੱਡ ਕੇ ਉਸ ਤੋਂ ਬਾਅਦ ਅਸੀਂ ਬੇਨਤੀ ਕਰਨੀ ਹੈ ਕਿ ਨਿਮਰ ਬੇਨਤੀ ਹੈ ਕਿ ਕੱਲ ਜਦੋਂ ਮੈਂ ਸਕੂਲ ਤੋਂ ਘਰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਬਹੁਤ ਤੇਜ਼ ਮੀਂਹ ਪਿਆ, ਜਿਸ ਕਾਰਨ ਮੈਂ ਪੂਰਾ ਭਿੱਜ ਗਿਆ। ਤਾਂ ਇਹ ਆਪਣੀ ਇੱਕ ਸਤਰ ਹੋ ਗਈ। ਇੱਥੇ ਅਸੀਂ ਪੂਰਨ ਵਿਸ਼ਰਾਮ ਚਿੰਨ੍ਹ ਡੰਡੀ ਦੀ ਵਰਤੋਂ ਕਰਾਂਗੇ। ਤਾਂ ਉਸ ਤੋਂ ਅਗਲੀ ਸਤਰ ਅਸੀਂ ਲਿਖਾਂਗੇ, ਘਰ ਜਾਂਦਿਆਂ ਹੀ ਮੈਨੂੰ ਤੇਜ਼ ਬੁਖਾਰ ਹੋ ਗਿਆ। ਇੱਕ ਹੋਰ ਸਤਰ ਹੋ ਗਈ ਇਹ, ਇੱਥੇ ਵੀ ਪੂਰਨ ਵਿਰਾਮ ਯਾਨੀ ਕਿ ਡੰਡੀ ਪਾਵਾਂਗੇ। ਉਸ ਤੋਂ ਬਾਅਦ ਇਸ ਲਈ ਕਿਰਪਾ ਕਰਕੇ ਮੈਨੂੰ 2 ਦਿਨ ਦੀ ਛੁੱਟੀ ਦਿੱਤੀ ਜਾਵੇ। ਇੱਕ ਸਤਰ ਹੋਰ ਖਤਮ ਹੋ ਗਈ ਤੇ ਇੱਥੇ ਵੀ ਅਸੀਂ ਪੂਰਨ ਵਿਰਾਮ ਯਾਨੀ ਕਿ ਡੰਡੀ ਦੀ ਵਰਤੋਂ ਕਰਾਂਗੇ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ। ਇਹ ਅਲੱਗ ਸਤਰ ਹੈ, ਤਾਂ ਇਸ ਤੋਂ ਬਾਅਦ ਵੀ ਪੂਰਨ ਵਿਰਾਮ ਯਾਨੀ ਕਿ ਡੰਡੀ। ਉਸ ਤੋਂ ਬਾਅਦ ਹੇਠਾਂ ਜਿਹੜੀ ਅਸੀਂ ਅੰਤਿਮ ਭਾਗ ਦੇ ਉੱਤੇ ਆਉਨੇ ਹੈ, ਇਹ ਸਾਡਾ ਮੱਧ ਭਾਗ ਇੱਥੇ ਖਤਮ ਹੋ ਗਿਆ ਬੇਟਾ। ਇਹਨਾਂ 3 ਸਤਰਾਂ ਦੇ ਵਿੱਚ ਅਸੀਂ ਆਪਣੀ ਗੱਲ ਹੈ ਜਿਹੜੀ ਜੇਕਰ ਕਿਸੇ ਸਰਕਾਰੀ ਅਧਿਕਾਰੀ ਨੂੰ ਦੱਸਣੀ ਹੈ ਤਾਂ ਉਸ ਦੇ ਵਿੱਚ ਅਸੀਂ ਬਹੁਤਾ ਸ਼ਬਦਾਂ ਦਾ ਖਿਲਾਰਾ ਨਹੀਂ ਪਾ ਸਕਦੇ। ਉਹਦੇ ਵਿੱਚ ਅਸੀਂ ਸਿਰਫ ਆਪਣੀ ਗੱਲ, ਆਪਣੀ ਸਮੱਸਿਆ ਥੋੜੇ ਸ਼ਬਦਾਂ ਦੇ ਵਿੱਚ ਹੀ ਦੱਸਣੀ ਹੈ, ਕਿਉਂਕਿ ਅਧਿਕਾਰੀ ਨੇ ਹੋਰ ਬਹੁਤ ਸਾਰੇ ਕੰਮ ਕਰਨੇ ਹੈ। ਸਾਡੀ ਜਿਸ ਤਰ੍ਹਾਂ ਦੀ ਸਮੱਸਿਆ ਹੈ, ਸਕੂਲ ਦੇ ਵਿੱਚ ਕਿੰਨੇ ਬੱਚੇ ਪੜ੍ਹਦੇ ਹੈ, ਕਿੰਨੇ ਅਧਿਆਪਕ ਨੇ, ਹੋਰ ਕਰਮਚਾਰੀ ਨੇ, ਹਰ ਇੱਕ ਸਮੱਸਿਆ ਦਾ ਉਹਨੇ ਧਿਆਨ ਰੱਖਣਾ ਹੈ। ਤਾਂ ਉਹਦੇ ਕੋਲ ਬਹੁਤਾ ਸਮਾਂ ਨਹੀਂ ਤੇ ਅਸੀਂ ਉਹਦਾ ਬਹੁਤਾ ਸਮਾਂ ਵਿਅਰਥ ਗਵਾਉਣਾ ਵੀ ਨਹੀਂ। ਇਹ ਜ਼ਿਆਦਾ ਵਧਾ ਚੜਾ ਕੇ ਗੱਲ ਸਿਰਫ ਅਸੀਂ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਦੇ ਨਾਲ ਕਰ ਸਕਦੇ ਹਾਂ ਨਿੱਜੀ ਚਿੱਠੀ ਪੱਤਰ ਦੇ ਵਿੱਚ। ਇਹਦੇ ਵਿੱਚ ਸਿਰਫ ਅਸੀਂ ਆਪਣੀ ਮਤਲਬ ਦੀ ਗੱਲ ਹੀ ਲਿਖਣੀ। ਮਤਲਬ ਦੀ ਗੱਲ ਸਾਡੀ ਕੀ ਸੀ ਕਿ ਜਦੋਂ ਅਸੀਂ ਸਕੂਲ ਤੋਂ ਘਰ ਗਏ, ਰਸਤੇ ਦੇ ਵਿੱਚ ਬਹੁਤ ਤੇਜ਼ ਮੀਂਹ ਆਇਆ ਜਿਸ ਦੇ ਨਾਲ ਅਸੀਂ ਭਿੱਜ ਗਏ ਤੇ ਘਰ ਪਹੁੰਚਦਿਆਂ ਹੀ ਸਾਨੂੰ ਤੇਜ਼ ਬੁਖਾਰ ਹੋ ਗਿਆ। ਤੇ ਇਸ ਲਈ ਅਸੀਂ 2 ਦਿਨ ਸਕੂਲ ਨਹੀਂ ਆ ਸਕਦੇ ਤੇ ਸਾਨੂੰ 2 ਦਿਨ ਦੀ ਛੁੱਟੀ ਚਾਹੀਦੀ ਹੈ। ਠੀਕ ਹੈ, ਤਾਂ ਇਹ ਬਿਮਾਰੀ ਦੀ ਛੁੱਟੀ ਜੋ ਅਸੀਂ ਲੈਣੀ ਸੀ ਉਹ ਅਸੀਂ ਵਿਚਕਾਰਲੇ ਭਾਗ ਦੇ ਵਿੱਚ ਆਪਣੀ ਸਮੱਸਿਆ ਦੱਸ ਦਿੱਤੀ ਅਧਿਕਾਰੀ ਨੂੰ, ਮੁੱਖ ਅਧਿਆਪਕਾਂ ਨੂੰ ਜਾਂ ਮੁੱਖ ਅਧਿਆਪਕ ਨੂੰ ਜਾਂ ਪ੍ਰਿੰਸੀਪਲ ਨੂੰ। ਇੱਥੇ ਸਾਡੀ ਗੱਲ ਖਤਮ ਹੋ ਗਈ। ਤਾਂ ਹੁਣ ਮੱਧ ਭਾਗ ਤੋਂ ਬਾਅਦ ਬੇਟਾ ਅਸੀਂ ਅੰਤਿਮ ਭਾਗ ਤੇ ਆਉਨੇ ਆ ਕਿ ਅੰਤਿਮ ਭਾਗ ਦੇ ਵਿੱਚ ਅਸੀਂ ਕੀ ਲਿਖਣਾ ਹੈ। ਹੁਣ ਅਸੀਂ ਨਾਲ ਹੀ ਅਧਿਕਾਰੀ ਦਾ ਧੰਨਵਾਦ ਕਰ ਦਿੱਤਾ ਜਿਹੜਾ ਕਿ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਅਸੀਂ ਅਧਿਕਾਰੀ ਨੂੰ ਲਿਖਣਾ ਹੈ ਆਪ ਜੀ ਦਾ ਆਗਿਆਕਾਰ। ਆਗਿਆਕਾਰ ਸ਼ਬਦ ਤੋਂ ਬਾਅਦ ਅਸੀਂ ਕੌਮਾ ਲਿਖਣਾ ਹੈ ਤੇ ਇਹ ਸਤਰ ਅਸੀਂ ਹੇਠਾਂ ਵਾਲੀ ਸਤਰ ਤੋਂ ਸ਼ੁਰੂ ਕਰਨੀ ਹੈ, ਉਵੇਂ ਥੋੜੀ ਜਿਹੀ ਅੱਗੇ ਸਤਰ ਖਾਲੀ ਛੱਡ ਕੇ, ਜਗ੍ਹਾ ਛੱਡ ਕੇ। ਜਦੋਂ ਅਸੀਂ ਕੌਮਾ ਲਿਖਤਾ ਤਾਂ ਇਸ ਤੋਂ ਹੇਠਾਂ ਹੀ ਅਸੀਂ ਆਪਣਾ ਨਾਮ ਲਿਖਾਂਗੇ। ਜੋ ਵੀ ਸਾਡਾ ਨਾਮ ਹੈ, ਸੁਖਪ੍ਰੀਤ ਸਿੰਘ, ਸੁਖਵੀਰ ਸਿੰਘ,
ਜਾਂ ਮਨਪ੍ਰੀਤ ਕੌਰ ਨਾਮ ਹੈ ਜਿਹੜਾ, ਉਸ ਤੋਂ ਬਾਅਦ ਅਸੀਂ ਆਪਣਾ ਰੋਲ ਨੰਬਰ ਤੇ ਉਸ ਤੋਂ ਹੇਠਾਂ ਵਾਲੀ ਸਤਰ ਦੇ ਵਿੱਚ ਅਸੀਂ ਆਪਣੀ ਜਮਾਤ ਲਿਖਾਂਗੇ 6ਵੀਂ। ਹੁਣ ਬੇਟਾ ਨਾਮ ਹੈ ਜਿਹੜਾ, ਉਸ ਤੋਂ ਬਾਅਦ ਅਸੀਂ ਪੂਰਨ ਵਿਰਾਮ ਚਿੰਨ੍ਹ ਦੀ ਵਰਤੋਂ ਕਰਦੇ ਹਾਂ, ਅਸੀਂ ਕੌਮੇ ਦੀ ਵਰਤੋਂ ਨਹੀਂ ਕਰਦੇ। ਰੋਲ ਨੰਬਰ, ਜੇ ਤੁਸੀਂ ਨੰਬਰ ਸ਼ਬਦ ਪੂਰਾ ਲਿਖਣਾ ਹੈ ਤਾਂ ਠੀਕ ਹੈ, ਨਹੀਂ ਤਾਂ ਨੰਨੇ ਦੇ ਉੱਤੇ ਟਿੱਪੀ ਪਾ ਕੇ ਬਹੁਤੇ ਵਿਦਿਆਰਥੀ ਦੁਬਿੰਦੀ ਦੀ ਵਰਤੋਂ ਕਰਦੇ ਹੈ। ਉਸ ਤੋਂ ਬਾਅਦ ਅਸੀਂ ਆਪਣਾ ਰੋਲ ਨੰਬਰ ਲਿਖ ਦਿੰਦੇ ਹਾਂ, ਜਿੰਨਾ ਸਾਡਾ ਰੋਲ ਨੰਬਰ ਹੈ। ਰੋਲ ਨੰਬਰ ਤੋਂ ਬਾਅਦ ਡੰਡੀ ਦੀ ਵਰਤੋਂ ਨਹੀਂ ਹੁੰਦੀ, ਕਿਉਂਕਿ ਉਹ 1 ਬਣ ਜਾਂਦਾ ਹੈ ਤੇ ਸਾਡਾ ਰੋਲ ਨੰਬਰ ਹੈ ਜਿਹੜਾ ਉਹ ਸਹੀ ਨਹੀਂ ਪੜ੍ਹਨ ਵਾਲੇ ਤੋਂ ਪੜ੍ਹਿਆ ਜਾਂਦਾ। ਇਹਦੇ ਲਈ ਅਸੀਂ ਹੇਠ ਪਿੱਛੇ 1 ਬਿੰਦੀ ਲਾ ਦਿੰਦੇ ਹਾਂ। 1 ਬਿੰਦੀ ਲਾਉਣ ਦੇ ਨਾਲ ਉਸ ਅੱਖਰ ਦੀ ਸਮਾਪਤੀ ਉੱਥੇ ਹੋ ਜਾਂਦੀ ਹੈ। ਉਸ ਤੋਂ ਬਾਅਦ ਅਸੀਂ ਜਮਾਤ 1 ਹਾਈਫਨ ਪਾਵਾਂਗੇ, ਛੋਟਾ ਜਿਹਾ, ਛੋਟੀ ਜਿਹੀ ਜੋੜਨੀ ਪਾਵਾਂਗੇ। ਉਸ ਤੋਂ ਬਾਅਦ ਅਸੀਂ ਲਿਖਾਂਗੇ 6ਵੀਂ। ਉਸ ਤੋਂ ਬਾਅਦ ਅਸੀਂ ਪੂਰਨ ਵਿਰਾਮ ਚਿੰਨ੍ਹ ਯਾਨੀ ਕਿ ਡੰਡੀ ਦੀ ਵਰਤੋਂ ਕਰਾਂਗੇ। ਇਹ ਬੇਟਾ ਸਾਡਾ ਅੰਤਿਮ ਭਾਗ ਹੈ। ਇਹਦੇ ਵਿੱਚ ਹੁਣ ਇੱਕ ਗੱਲ ਜ਼ਰੂਰੀ ਜਿਹੜੀ ਬਹੁਤ ਹੀ ਯਾਦ ਰੱਖਣ ਵਾਲੀ ਹੈ, ਉਹ ਇਹ ਹੈ ਕਿ ਸਾਡੀ ਮਿਤੀ, ਜਿਹਦੇ ਵਿੱਚ ਆਮ ਤੌਰ ਤੇ ਵਿਦਿਆਰਥੀ ਕੀ ਕਰਦੇ ਹੈ ਕਿ ਖੱਬੇ ਹੱਥ ਟੇਢੀ ਕਰਕੇ ਮਿਤੀ ਪਾ ਦਿੰਦੇ ਆ। ਮਿਤੀ ਵੀ ਇਸ ਤਰ੍ਹਾਂ ਨਾਲ ਪਾਉਂਦੇ ਆ ਜਿਵੇਂ ਅਸੀਂ ਕੋਈ ਦੁੱਧ ਦਾ ਹਿਸਾਬ ਕਰਨਾ ਹੋਵੇ। ਮਿਤੀ ਪਾ ਦਿੱਤੀ 12, ਫਿਰ ਇੱਕ ਲੰਬੀ ਡੰਡੀ, ਉਸ ਤੋਂ ਬਾਅਦ ਮਹੀਨਾ ਪਾਇਆ ਜਾਂਦਾ ਹੈ ਜਿਵੇਂ 9, ਉਸ ਤੋਂ ਬਾਅਦ ਲੰਬੀ ਡੰਡੀ, ਉਸ ਤੋਂ ਬਾਅਦ 20। ਇਹ ਮਿਤੀ ਹੁੰਦੀ ਹੈ ਬੇਟਾ, ਇਹ ਬਿਲਕੁਲ ਹੀ ਗਲਤ ਤਰੀਕਾ ਹੈ। ਇਹ ਜੇ ਤੁਸੀਂ ਹੁਣੇ ਹੀ ਆਪਦੇ ਆਪ ਨੂੰ ਇਸ ਤਰ੍ਹਾਂ ਨਾਲ ਮਿਤੀ ਲਿਖਣ ਤੋਂ ਰੋਕ ਲਓਗੇ ਤਾਂ ਤੁਸੀਂ ਅੱਗੇ ਕਿਸੇ ਵੀ ਜਮਾਤ ਦੇ ਵਿੱਚ ਮਾਰ ਨਹੀਂ ਖਾਂਦੇ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਪੱਤਰ ਦੇ ਵਿੱਚ 3 ਹਿੱਸਿਆਂ ਦੇ ਬਰਾਬਰ ਨੰਬਰ ਨੇ, ਮੁੱਢਲੇ ਹਿੱਸੇ ਦੇ, ਵਿਚਕਾਰਲੇ ਹਿੱਸੇ ਦੇ ਤੇ ਅੰਤਿਮ ਭਾਗ ਦੇ। ਤਾਂ ਅੰਤਿਮ ਭਾਗ ਦੇ ਵਿੱਚ ਮਿਤੀ ਵੀ ਸ਼ਾਮਿਲ ਹੈ। ਹੁਣ ਮਿਤੀ ਹੈ ਜਿਹੜੀ ਕਦੇ ਵੀ ਟੇਢੀ ਕਰਕੇ ਨਹੀਂ ਲਿਖੀ ਜਾਂਦੀ, ਇਹਨੂੰ ਤੁਸੀਂ ਬਿਲਕੁਲ ਸਿੱਧਾ ਕਰਕੇ ਲਿਖਣਾ ਹੈ ਬੇਟਾ। ਜਿੱਥੇ ਤੁਸੀਂ ਆਪਣੀ ਜਮਾਤ ਲਿਖੀ ਹੈ ਉਹਦੇ ਜਮਾਂ ਸਾਹਮਣੇ ਖੱਬੇ ਹੱਥ ਲਾਈਨ ਜਿੱਥੋਂ ਸ਼ੁਰੂ ਹੁੰਦਾ ਹੈ ਹਾਸ਼ੀਆ, ਉੱਥੇ ਤੁਸੀਂ ਉੱਪਰ ਲਿਖ ਕੇ ਮਿਤੀ, ਥੋੜੀ ਜਿਹੀ ਜੋੜਨੀ। ਉਸ ਤੋਂ ਅੱਗੇ ਮਿਤੀ ਜਦੋਂ ਅਸੀਂ ਲਿਖਣੀ ਹੈ ਤਾਂ ਮੰਨ ਲਓ ਕਿ ਅਸੀਂ 20 ਨਵੰਬਰ ਲਿਖਣਾ ਹੈ ਤਾਂ 20 ਪਾਵਾਂਗੇ ਅਸੀਂ 2 ਤੇ 0 ਕੌਮਾ। ਉਸ ਤੋਂ ਬਾਅਦ ਨਵੰਬਰ ਮਹੀਨਾ ਜਿਹੜਾ ਪੰਜਾਬੀ ਦੇ ਵਿੱਚ ਲਿਖਾਂਗੇ। ਪੰਜਾਬੀ ਦੇ ਵਿੱਚ ਜਿਵੇਂ ਆਪਾਂ ਨਵੰਬਰ ਲਿਖਦੇ ਹਾਂ, ਨੰਨਾ ਵਾਵੇ ਦੇ ਉੱਤੇ ਟਿੱਪੀ, ਬੱਬਾ ਰਾਰਾ ਨਵੰਬਰ। ਇੱਥੇ ਅਸੀਂ ਮਹੀਨਾ ਜਿਹੜਾ ਉਹ 8, 9, 10 ਨਹੀਂ ਲਿਖਣਾ, ਤਾਂ ਉਹਦਾ ਬਹੁਤਾ ਪ੍ਰਭਾਵ ਨਹੀਂ ਪੈਂਦਾ। 20 ਨਵੰਬਰ, ਉਸ ਤੋਂ ਬਾਅਦ ਅਸੀਂ ਕੌਮਾ ਪਾਵਾਂਗੇ ਤੇ ਕੌਮੇ ਤੋਂ ਬਾਅਦ ਅਸੀਂ 20 ਯਾਨੀ ਕਿ ਆਪਣਾ ਸਨ ਹੈ ਜਿਹੜਾ, ਸਾਲ ਹੈ, ਉਹ ਅਸੀਂ ਲਿਖਾਂਗੇ। ਤਾਂ ਇਹਨਾਂ ਅੱਖਰਾਂ ਤੋਂ ਬਾਅਦ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਅਸੀਂ ਪੂਰਨ ਵਿਰਾਮ ਚਿੰਨ੍ਹ ਯਾਨੀ ਕਿ ਡੰਡੀ ਦੀ ਵਰਤੋਂ ਨਹੀਂ ਕਰਦੇ, ਤਾਂ ਇੱਥੇ ਵੀ ਅਸੀਂ ਇੱਕ ਛੋਟਾ ਜਿਹਾ ਜਿਹੜਾ ਬਿੰਦੀ ਲਾਵਾਂਗੇ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇੱਥੇ ਮਿਤੀ ਉਹ ਖਤਮ ਹੋ ਗਈ। ਤਾਂ ਇਹ ਬੇਟਾ ਆਪਣਾ ਪੱਤਰ ਸੀ। ਇਹ ਪੱਤਰ ਜੇ ਤੁਸੀਂ ਇਸ ਤਰ੍ਹਾਂ ਨਾਲ ਲਿਖੋਗੇ ਤਾਂ ਤੁਹਾਡੀ ਬਿਮਾਰੀ ਦੀ ਛੁੱਟੀ ਹੈ ਜਿਹੜੀ ਉਹ ਜ਼ਰੂਰ ਮਨਜ਼ੂਰ ਹੋਵੇਗੀ। ਹੁਣ ਤੁਹਾਨੂੰ ਮਹਿਸੂਸ ਹੋ ਰਿਹਾ ਹੋਵੇਗਾ ਕਿ ਭਾਵੇਂ ਬਿਮਾਰੀ ਦੀ ਛੁੱਟੀ ਦੀ ਅਰਜ਼ੀ ਅਸੀਂ ਪ੍ਰਾਇਮਰੀ ਸਕੂਲ ਤੋਂ ਹੀ ਲਿਖਣੀ ਸ਼ੁਰੂ ਕਰ ਦਿੰਨੇ ਆ, ਪਰ ਜਾਣੇ ਅਣਜਾਣੇ ਦੇ ਵਿੱਚ ਕਈ ਤਰ੍ਹਾਂ ਦੀਆਂ ਅਸੀਂ ਗਲਤੀਆਂ ਕਰਦੇ ਹਾਂ। ਉਹ ਗਲਤੀਆਂ ਆਮ ਤੌਰ ਤੇ ਵਿਰਾਮ ਚਿੰਨ੍ਹਾਂ ਦੀਆਂ ਹੁੰਦੀਆਂ ਨੇ, ਜਾਂ ਮਿਤੀ ਗਲਤ ਲਿਖਣ ਦੀਆਂ ਹੁੰਦੀਆਂ ਨੇ, ਜਾਂ ਅਸੀਂ ਕਿੱਥੋਂ ਸਤਰ ਹੈ ਜਿਹੜੀ ਉਹ ਸ਼ੁਰੂ ਕਰਨੀ ਹੈ, ਕਿੱਥੇ ਖਤਮ ਕਰਨੀ ਹੈ, ਇਹ ਹੁੰਦੀਆਂ ਨੇ। ਤਾਂ ਹੁਣ ਅਸੀਂ ਇਸ ਤਰ੍ਹਾਂ ਦੀਆਂ ਗਲਤੀਆਂ ਕਦੇ ਵੀ ਨਹੀਂ ਕਰਨੀਆਂ। ਸਿਰਫ ਬਿਮਾਰੀ ਦੀ ਛੁੱਟੀ ਹੀ ਨਹੀਂ, ਹੋਰ ਬਹੁਤ ਸਾਰੇ ਪੱਤਰ ਹੈ ਜਿਹੜੇ ਤੁਹਾਡੇ ਪਾਠਕ੍ਰਮ ਦੇ ਵਿੱਚ ਸ਼ਾਮਿਲ ਹੈ,
ਜਿਹਦੇ ਵਿੱਚ ਨਿੱਜੀ ਵੀ ਹੋਣਗੇ, ਦਫ਼ਤਰੀ ਵੀ ਹੋਣਗੇ, ਵਪਾਰਕ ਵੀ ਹੋਣਗੇ, ਉਹਨਾਂ ਸਾਰਿਆਂ ਦੇ ਵਿੱਚ ਹੀ ਤੁਸੀਂ ਇਹਨਾਂ ਗੱਲਾਂ ਦਾ ਜੇ ਧਿਆਨ ਰੱਖੋਗੇ ਤਾਂ ਤੁਹਾਡੀ ਸੋਹਣੀ ਸ਼ਖਸੀਅਤ ਦਾ ਪੜ੍ਹਨ ਵਾਲੇ ਤੇ ਪ੍ਰਭਾਵ ਪੈਂਦਾ ਹੈ ਤੇ ਤੁਸੀਂ ਆਪਣਾ ਕੰਮ ਹੈ ਜਿਹੜਾ ਜਿਹਦੇ ਲਈ ਬੇਨਤੀ ਕਰ ਰਹੇ ਹੋ ਉਹ ਸੌਖੀ ਤਰ੍ਹਾਂ ਦੇ ਨਾਲ ਆਪਣਾ ਕੰਮ ਕਰਵਾ ਸਕਦੇ ਹੋ।